हेलो दोस्तों, ਅੱਜ ਆਪਾਂ ਜੋ ਗੱਲ ਕਰਨੀ ਹੈ NTSC 2016 ਦੇ ਪੇਪਰ ਦੇ ਗੱਲ ਕਰਨੀ ਹੈ। ਉਸ ਜੋ ਸੈਟ ਦੇ ਵਿੱਚ ਮੈਥ ਸਬਜੈਕਟ ਸੀ ਉਸ ਦੇ ਕੁਐਸਚਨਸ ਤੇ ਗੱਲ ਕਰਨੀ ਹੈ। ਕਿਸ ਤਰੀਕੇ ਦੇ ਨਾਲ ਕੁਐਸਚਨ ਨੂੰ ਸੋਲਵ ਕੀਤਾ ਜਾ ਸਕਦਾ ਹੈ, ਈਜ਼ੀ ਵੇ ਨਾਲ ਕਿਵੇਂ ਟੈਕਲ ਕਰਨਾ ਹੈ, ਲੌਜੀਕਲੀ ਕਿਵੇਂ ਆਪਾਂ ਚੈੱਕ ਕਰਨਾ ਹੈ, ਅੱਜ ਆਪਾਂ ਉਸ ਤੇ ਚਰਚਾ ਕਰਾਂਗੇ। ਸਟਾਰਟ ਕਰਦੇ ਹਾਂ ਪਹਿਲੇ ਕੁਐਸਚਨ ਤੋਂ। ਦੋਨੋਂ ਸਟੇਟਮੈਂਟਸ ਮੈਂ ਪੈਰਲਲ ਲਿਖੂੰਗਾ ਇੰਗਲਿਸ਼ ਤੇ ਪੰਜਾਬੀ ਦੇ ਵਿੱਚ। If 37 by 13 is equal to 2 plus 1 by x plus 1 by y plus 1 by z, then x plus y plus z किहदे इक्वल है? if ਦਾ ਮਤਲਬ ਜੇ ਆ ਐਜ਼ ਇਟ ਇਜ਼ ਆ ਗਿਆ ਤਾਂ x plus y z ਦੀ ਕੀਮਤ ਕਿੰਨੀ ਹੋਣੀ ਹੈ? ਆਪਸ਼ਨਸ ਹੈ ਆਪਣੇ ਕੋਲੇ 6 7 8 -2। ਆਪਾਂ ਨੂੰ ਆ ਦਿੱਤਾ ਹੋਇਆ ਹੈ, ਆਪਾਂ ਜੋ ਗੱਲ ਕਰਨੀ ਹੈ ਹੁਣ ਦੇਖੋ ਧਿਆਨ ਨਾਲ। ਆਪਣੇ ਕੋਲ 37/13 ਹੈ, ਇਹਨੂੰ ਵੰਡਿਆ 13 ਦੂਣਾ 26 ਪਿੱਛੇ 11 ਬਚ ਕੇ ਤਾਂ ਇਹ ਆ ਗਿਆ। ਤੇ ਮਿਸ਼ਰਤ ਸੰਖਿਆ ਨੂੰ ਆਪਾਂ ਕੀ ਲਿਖ ਸਕਦੇ ਹਾਂ? 2 + 11/13। ਕਿਉਂ ਲਿਖ ਰਿਹਾ ਮੈਂ? ਕਿਉਂਕਿ ਜੋ ਆਪਾਂ ਨੂੰ ਰਾਈਟ ਸਾਈਡ ਤੇ ਚਾਹੀਦਾ ਹੈ ਉਹਦੇ ਅਕੋਰਡਿੰਗ ਆਪਾਂ ਕੁਐਸਚਨ ਨੂੰ ਕੀ ਕਰਨਾ ਹੈ? ਡੀਲ ਕਰਨਾ ਹੈ। ਇੱਥੇ ਦੇਖੋ ਆਪਾਂ ਨੂੰ ਕੀ ਚਾਹੀਦਾ ਹੈ? 2+ ਚਾਹੀਦਾ ਹੈ ਕਿਉਂਕਿ ਆਪਾਂ ਕੰਪੇਅਰ ਕਰਾਂਗੇ। ਉਸ ਤੋਂ ਬਾਅਦ ਉੱਪਰ 1 ਚਾਹੀਦਾ ਹੈ ਲੇਕਿਨ ਇੱਥੇ 11 ਹੈ ਤਾਂ ਕੀ ਕੀਤਾ? ਇਹਨੂੰ ਉਲਟਾ ਲਿਖਤਾ। ਲਿਖ ਸਕਦੇ ਹਾਂ 11/13 ਨੂੰ ਆਪਾਂ ਕੀ ਕਰਤਾ? 1/13/11। ਹੁਣ ਇਹਨੂੰ ਵੰਡਿਆ, ਜਦੋਂ ਇਹਨੂੰ ਵੰਡਾਂਗੇ ਤਾਂ ਇਹ ਕੀ ਲਿਖਿਆ ਗਿਆ? 2 + 1/1 ਸਹੀ 2/11। ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ? ਆ ਲਿਖ ਸਕਦੇ ਹਾਂ। ਤਾਂ ਇਹ ਤਾਂ ਬਣ ਗਿਆ x। ਹੁਣ ਦੁਬਾਰਾ ਇੱਥੇ 1 ਚਾਹੀਦਾ ਹੈ, ਇਹਨੂੰ ਫੇਰ ਆਪਾਂ ਉਲਟਾ ਕੀਤਾ, ਇਹ ਹੋ ਗਿਆ। ਉਸ ਤੋਂ ਬਾਅਦ 2 + 1 ਇਹਨੂੰ ਫੇਰ ਆਪਾਂ ਬਣਾਏ 5 ਸਹੀ 1/2। ਜਦੋਂ ਇਹਨੂੰ ਵੰਡ ਕਰਾਂਗੇ ਆ ਬਣ ਗਿਆ। ਤੇ 5 ਸਹੀ 1/2 ਨੂੰ ਆਪਾਂ ਕੀ ਲਿਖ ਸਕਦੇ ਹਾਂ? 5 + 1/2। ਤਾਂ ਕੰਪੇਅਰ ਕਰੋ, ਆ x ਆ ਗਿਆ, ਆ y ਆ ਗਿਆ, ਆ z ਆ ਗਿਆ। ਲੇਕਿਨ ਆਪਾਂ ਕੀ ਪਤਾ ਕਰਨਾ ਹੈ? x + y + z। 1 + 5 + 2 ਕਿੰਨਾ ਆ ਗਿਆ? ਹੱਲ ਕਰਕੇ 8 ਆ ਗਿਆ। ਤਾਂ ਜੋ ਆਪਣਾ ਆਨਸਰ ਹੈ ਉਹ ਕਿੰਨਾ ਹੋ ਚੁੱਕਿਆ? 8 ਆ ਗਿਆ। ਕੁਐਸਚਨ ਦੇ ਅਕੋਰਡਿੰਗ ਜੋ ਜੋ ਚਾਹੀਦਾ ਹੈ ਉਸ ਅਕੋਰਡਿੰਗ ਆਪਾਂ ਕੀ ਕਰਨਾ ਹੈ? ਇਸ ਨੂੰ ਡੀਲ ਕਰਨਾ ਹੈ। ਨੈਕਸਟ ਕੁਐਸਚਨ ਹੈ if sin x is equal to cos square x, ਜੇ sin x ਬਰਾਬਰ ਹੈ cos square x, then cos square x 1 + cos square x ਕਿਹਦੇ ਬਰਾਬਰ ਹੈ? ਤਾਂ ਆ ਵੈਲਿਊ ਆਪਾਂ ਪਤਾ ਕਰਨੀ ਹੈ। ਆਪਸ਼ਨਸ ਨੇ ਆਪਣੇ ਕੋਲੇ 1 2 0 ਤੇ -1। ਆਪਾਂ ਨੂੰ ਆ ਦਿੱਤਾ ਹੋਇਆ ਹੈ। ਠੀਕ, ਕੀ ਕੀਤਾ? ਐਕਚੁਅਲੀ ਇਹਨੂੰ ਮਲਟੀਪਲਾਈ ਕੀਤਾ ਪਹਿਲਾਂ ਈਜ਼ੀ ਬਣਾਉਣ ਦੇ ਲਈ, ਸਮਝਣ ਦੇ ਲਈ। ਤਾਂ ਆਪਾਂ ਨੂੰ ਆ ਚਾਹੀਦਾ ਹੈ, ਦੋਨੋਂ ਪਾਸੇ ਵਰਗ ਕਰਤੇ, ਸਕੁਏਅਰਿੰਗ। ਸਕੁਏਅਰ ਕਰਨ ਤੇ ਆ ਸਕੁਏਅਰ ਹੋ ਗਿਆ, ਇੱਥੇ ਪਾਵਰ ਕਿੰਨੀ ਹੋ ਗਈ? 4, ਕਿਉਂਕਿ ਜਦੋਂ ਇਹਦਾ ਸਕੁਏਅਰ ਕਰਾਂਗੇ ਪਾਵਰ ਕੀ ਹੋ ਗਈ? 4। ਹੁਣ ਆਪਣੇ ਕੋਲੇ ਆ ਬਚ ਗਿਆ, ਕਿਉਂਕਿ ਆਪਾਂ ਨੂੰ ਜੋ ਚਾਹੀਦਾ ਦੇਖੋ, ਆਪਾਂ ਨੂੰ ਸਿਰਫ cos ਦੇ ਵਿੱਚ ਚਾਹੀਦਾ ਹੈ। ਇੱਥੇ ਆਪਣੇ ਕੋਲੇ ਸਾਈਨ ਸਕੁਏਅਰ ਹੈ ਤੇ ਆਪਾਂ ਨੂੰ ਪਤਾ ਹੈ ਸਾਈਨ ਸਕੁਏਅਰ ਕਿਹਦੇ ਬਰਾਬਰ ਹੁੰਦਾ ਹੈ? 1 - cos ਸਕੁਏਅਰ ਦੇ। ਆਇਡੈਂਟੀਟੀ ਯਾਦ ਰੱਖੋ, ਸਾਈਨ ਸਕੁਏਅਰ + cos ਸਕੁਏਅਰ ਬਰਾਬਰ ਹੈ 1। ਯਾਦ ਕਰਨ ਦਾ ਤਰੀਕਾ SC ਸਚਿਨ ਕੈਂਟ। ਠੀਕ, ਤਾਂ ਆ ਚੀਜ਼ ਆ ਗਈ, ਬਰਾਬਰ ਹੈ cos 4। ਮਾਈਨਸ ਉਧਰ ਜਾ ਕੇ ਕਾਹਦਾ ਹੋ ਗਿਆ? ਪਲੱਸ ਦਾ। ਤਾਂ ਇਹਦਾ ਮਤਲਬ ਇਹਦੀ ਕੀਮਤ ਕਿੰਨੀ ਆ ਗਈ? ਆਪਣੇ ਕੋਲੇ 1 ਆ ਚੁੱਕੀ ਹੈ। ਤਾਂ ਆਸਾਨੀ ਦੇ ਨਾਲ ਦੇਖੋ ਕੁਐਸਚਨ 'ਚ ਕੀ ਡਿਮਾਂਡ ਕੀਤੀ ਹੈ ਉਹਦੇ ਅਕੋਰਡਿੰਗ, ਕਿਉਂਕਿ 4 ਘਾਤ ਸੀ ਇੱਥੇ ਆਪਣੇ ਕੋਲ ਦਿੱਤੀ 2 ਹੋਈ ਹੈ, ਤਾਂ ਫਿਰ ਆਪਾਂ ਕੀ ਕੀਤਾ? ਜਿੰਨੀ ਘਾਤ ਚਾਹੀਦੀ ਆ ਉਸ ਅਕੋਰਡਿੰਗ ਆਪਾਂ ਘਾਤ ਕਰਤੀ, ਦੋਨੋਂ ਪਾਸੇ ਵਰਗ ਕਰਕੇ। ਉਦੋਂ ਬਾਅਦ ਕੱਲਾ cos ਚਾਹੀਦਾ ਸੀ, ਆਪਾਂ cos ਦੇ ਨਾਲ ਉਹਨੂੰ ਹੱਲ ਕਰ ਲਿਆ। ਨੈਕਸਟ ਕੁਐਸਚਨ ਹੈ if alpha and beta are roots of ax² - 1
प्लस 2bx बराबर है 0। ਆਪਾਂ ਨੂੰ ਇੱਕ ਦੋ ਘਾਤੀ ਸਮੀਕਰਨ ਦਿੱਤੀ ਹੋਈ ਹੈ एंड द क्वाड्रेटिक इक्वेशन whose roots are ਕੀ ਦਿੱਤੇ ਹੋਏ ਨੇ ਆਪਾਂ ਨੂੰ 2 alpha minus 1 by beta and 2 beta minus 1 by alpha is px square plus qx plus r बराबर है 0। then p plus q plus r किहदे बराबर है पंजाबी च की है जे समीकरण अपने को समीकरण आ गई दे मूल अल्फा अते बीटा हन अते दो घाती समीकरण पी एक्स दी 2 प्लस क्यू एक्स प्लस आर बराबर है 0 दे मूल 2 अल्फा माइनस 1 बटे बीटा 2 बीटा माइनस 1 बटे अल्फा हन तां P प्लस क्यू प्लस आर किहदे बराबर होना है ऑप्शन है अपने कोले 2b 2b 6a माइनस 8b 6a माइनस 8b 6b माइनस 8a ते 0। सब तो पहला की दिता होया आ दिता होया आ समीकरण अपने को इक्वेशन दी हुई है ब्रैकेट्स खोल रहे हैं क्योंकि आप इन्हू स्टैंडर्ड फॉर्म च लेके आवांगे पहला 2 घात एक्स दी फिर 1 घात फिर आ गया हुण इहदे जिहड़े मूल ने अल्फा ते बीटा है तो फिर याद है सिफरां दा जोड़ सम ऑफ जीरोस सिफरां ਆਪਾਂ क्योंकि उरे समीकरण की गल करते हैं ध्यान रखना है तो उरे सिफरां की थां ते वर्ड की आ जाऊगा मूल क्योंकि जो बहुपत की गल करते हैं टॉपिक यह बहुपत वाले पार्ट का पर उरे समीकरण शेप देती सॉल्व वो भी होना है आप रिजल्ट किया होया सिफरां का जोड़ बराबर माइनस एक्स का गुणांक वटे एक्स की 2 का गुणांक परंतु वो बहुपत से तां सिफरां लिखते सी इत्थे आप की लैके चलांगे मूल मूल की दिते हुए ने अल्फा प्लस बीटा माइनस एक्स का गुणांक बटे एक्स की 2 का गुणांक एक हो गया एक किता सी आपां गुना गुना किहदे बराबर है इस दे बराबर आहा वटे आहा यही सी ना तो अल्फा बीटा किहदे बराबर आ गया माइनस 1 दे तो अपने को रिलेशन आ गया अल्फा प्लस बीटा हुण आपां नूं मैं फिलहाल इहदी गल नहीं करदा तुसीं इहनूं छड्डो आपां इहदे मूल ते गल करदे हां आपां एक 2 घाती समीकरण होर बनानी है जिहदे मूल आह होण तो उहदे लई की करांगे सब तो पहला मूलों का जोड़ उन्होंने जोड़ो पहला मूल प्लस दूसरा मूल आ इकट्ठे किते 2 सांझा माइनस 1 वटे बीटा प्लस 1 वटे अल्फा लघुत्तम अल्फा प्लस बीटा वटे अल्फा बीटा कीमतां भरते हैं अल्फा प्लस बीटा हो गया यह माइनस अल्फा प्लस बीटा की कीमत अपने को आ रही अल्फा बीटा की कीमत आ रही इनू हल करते हैं माइनस 4b वटे ए माइनस 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 2b वटा ए आ गया माइनस तो जोड़ा नवा नवी समीकरण आप बनानी है ਉਹਦੇ मूलों का जोड़ अपने को आ गया हुण आपां की करांगे की करना है आपां ਉਹਦੀ गुना करनी है क्योंकि आपां नूं गुना भी चाहिए है 2 अल्फा माइनस 1 वटे बीटा गुना करो 4 अल्फा बीटा ਇਹਦੀ ਇਹਦੇ ਨਾਲ हुण ਇਹਦੀ ਇਹਦੇ ਨਾਲ करांगे अल्फा नाल अल्फा कट गया माइनस 2 ਇਹਦੀ ਇਹਦੇ ਨਾਲ करांगे माइनस 2 प्लस 1 वटे अल्फा बीटा तो कीमत भरदे आ अल्फा बीटा कितना अपने को माइनस 1 4 माइनस 1 ए आ गया माइनस 4 ए आ गया माइनस 1 माइनस 4 माइनस 4 माइनस 4 माइनस 1 ए माइनस 9 आ गया तो फिर हम नवी समीकरण की सी फॉर्मूला वही एक्स की 2 माइनस सिफरां का जोड़ एक्स प्लस गुना बस फर्क की पै गया आप उरे बराबर है की लिख देंगे 0 लिख देंगे कीमतां भरीए सिफरां का जोड़ कितना आ गया
ਆਹ ਗੁਣਾ ਕਿੰਨੀ ਆ ਗਈ, ਆਹ a ਨਾਲ ਗੁਣਾ ਕੀਤੀ ਤਾਂ ਸਮੀਕਰਨ ਬਣ ਗਈ, ਆਪਾਂ ਲਘੁੱਤਮ ਲਿਆ ax ਦੀ 2 ਪਲੱਸ 6bx ਮਾਈਨਸ 9a ਬਰਾਬਰ ਹੈ 0। ਤਾਂ ਉਸ ਦੇ ਮੂਲਾਂ ਆ ਬਣ ਗਈ ਸਮੀਕਰਨ, ਪਰ ਇਹ ਕਿਹਦੇ ਬਰਾਬਰ ਦਿੱਤੀ ਹੋਈ ਹੈ, px ਦੀ 2 ਪਲੱਸ qx ਪਲੱਸ r ਬਰਾਬਰ ਹੈ 0। ਆ ਰਿਹਾ p, ਆ ਰਿਹਾ q, ਆ ਰਿਹਾ r, ਤੇ ਆਪਾਂ ਕੀ ਪਤਾ ਕਰਨਾ ਹੈ, p ਪਲੱਸ q ਪਲੱਸ r, p ਪਲੱਸ q ਪਲੱਸ r। ਹੱਲ ਕੀਤਾ, ਆਪਣੇ ਕੋਲ ਕਿੰਨਾ ਆ ਗਿਆ, 6b ਮਾਈਨਸ 8a। ਡਬਲ ਕੁਐਸਚਨ ਹੈ ਇੱਥੇ, ਇੱਕ ਦੋ ਘਾਤੀ ਸਮੀਕਰਨ ਦੇਤੀ, ਇੱਕ ਬਣਾਣੀ ਹੈ ਉਸੇ 'ਚ, ਤਾਂ ਆਪਾਂ ਕੀ ਕੀਤਾ, ਸਿਫਰਾਂ ਦਾ ਜੋੜ ਲਿਆ, ਮੂਲਾਂ ਦਾ ਜੋੜ ਲਿਆ, ਮੂਲਾਂ ਦੀ ਗੁਣਾ ਲਈ ਆਪਾਂ ਸਮੀਕਰਨ ਬਣਾਈ, ਉਦੋਂ ਬਾਅਦ ਦਿੱਤੀ ਸਮੀਕਰਨ ਨਾਲ ਕੰਪੇਅਰ ਕਰਕੇ ਆਪਾਂ ਉਸ ਨੂੰ ਕੀ ਕਰ ਲਿਆ, ਹੱਲ ਕਰ ਲਿਆ। ਨੈਕਸਟ ਕੁਐਸਚਨ ਹੈ, ਇਫ Sn, ਜੋ फोर्थ क्वेश्चन चल रहा है अपना, denotes the, if Sn denotes the sum of first n terms of an AP of an AP, then value of S3n minus 3n minus 1 S2n ਆਪਾਂ ਪਤਾ ਕਰਨਾ ਹੈ। ਦਿੱਤਾ ਕੀ ਹੋਇਆ, ਜੇ Sn ਕਿਸੇ AP ਦੇ ਪਹਿਲੇ n ਪਦਾਂ ਦਾ ਜੋੜਫਲ ਹੈ ਤਾਂ ਇਸ ਦਾ ਮੁੱਲ ਆਪਾਂ ਪਤਾ ਕਰਨਾ ਹੈ। ਠੀਕ, ਆਪਸ਼ਨਸ ਆਪਾਂ ਨੂੰ ਕੀ ਦਿੱਤੀਆਂ ਹੋਈਆਂ, Sn ਮਾਈਨਸ ਪਹਿਲੀ ਆਪਸ਼ਨ, ਦੂਸਰੀ ਆਪਸ਼ਨ, तीसरी ऑप्शन, चौथी ऑप्शन। हुण आ दिता होया, आ देखो पहलियां 3n रकमां दे जोड़फल दे विचों 3n माइनस 1 घटातियां तां किहड़ी रकम बच गई, 3n। एक तरह का हो गया, मैं उदाहरण लैके समझाना। देखो ये हो गया पहलियां 10 रकमां का जोड़फल, ये हो गया पहलियां 9, पहलियां 10 चों जो पहलियां 9 रकमां घटातियां पिछे किहड़ी रकम बच गई, 10वीं रकम बच गई। सेम इत्थे है, आई 2n चो ए घटाया, की बच गई पिछे, आ बच गई। हुण इहदा फार्मूला अपने कोले की है, 3n माइनस 1d। इहदा फार्मूला की है, 2n माइनस 1d। ब्रैकेट खोलो, a प्लस 3d माइनस d माइनस a माइनस 2nd माइनस माइनस प्लस d। a दे नाल a कट गया, d दे नाल d कट गया, 3nd चो 2nd घटाया, की आ गया अपने कोले। तो डायरैक्ट रिजल्ट है जो तुसी इत्थे ध्यान च रखना है सम दा, तां ही ये क्वेश्चन सॉल्व होगा। नहीं इत्थे तुहानूं पहले फार्मूले रिप्लेस करने पैणगे, उदों बाद आपां इहनूं हल करदे फिरांगे, तां किते ना किते क्वेश्चन बहुत लेंथी निकल जाना है। नैक्सट क्वेश्चन ते आपां चलदे हां। 5th क्वेश्चन है, 2 dice are thrown at the same time, 2 dice are thrown at the same time and product of number appearing them is noted. Probability that the product is less than 9, probability that the product is less than 9 will be। आ क्वेश्चन है अपने कोले पंजाबी च, दो पासे इकट्ठे सुट्टे गए ਹਨ ਅਤੇ ਦੋਹਾਂ ਦੀ ਸੰਖਿਆਵਾਂ ਦੀ ਗੁਣਾ ਨੂੰ लिखा गया है या नोट किया गया है। संभावना पता करो कि गुणनफल 9 तो घट होवे। आ क्वेश्चन है, ऑप्शन ने 1/36, 4/9, 17/36,
2/9 ਇੱਥੇ ਗੁਣਾ ਦਿੱਤੀ ਹੈ ਸਭ ਤੋਂ ਇੰਪੋਰਟੈਂਟ ਚੀਜ਼। ਹੁਣ ਦੋ ਪਾਸਿਆਂ ਦਾ ਪਹਿਲਾ 1 1 ਹੈ, ਲਾਸਟ 6 6 ਹੈ। ਇਹਨਾਂ ਦੋਹਾਂ ਦੀ ਗੁਣਾ 1 ਆ ਗਈ, ਇਹਨਾਂ ਦੋਹਾਂ ਦੀ ਗੁਣਾ ਕਿੰਨੀ ਆ ਗਈ 36 ਆ ਗਈ। ਠੀਕ ਹੈ, ਤਾਂ 9 ਤੋਂ ਘੱਟ ਗੁਣਾ ਕਿਹੜੀ ਕਿਹੜੀ ਹੋ ਸਕਦੀ ਹੈ। ਦੇਖੋ ਇੱਥੇ ਬੜਾ ਇੰਪੋਰਟੈਂਟ ਕੁਐਸਚਨ ਹੈ, ਮੈਂ ਟੇਬਲ ਬਣਾ ਰਿਹਾ 1 1 1 2 1 3 1 4 1 5 1 6 2 1 2 3 1 4 1 5 1 6 1 2 2 3 2 4 2 5 2 6 2 2 3 3 3 4 3 5 3 6 3 2 4 3 4 4 4 5 4 6 4 2 5 2 6 3 5 3 6 4 5 4 6 5 5 5 6 6 5 6 6 ਗੁਣਾ 9 ਤੋਂ ਘੱਟ 1 2 3 4 5 6 ਗੁਣਾ ਕਰ ਰਹੇ ਹਾਂ 2 4 2 ਤੀਆ 6 2 ਚੌਕੇ 8 ਆ ਨਹੀਂ ਆਉਂਦਾ। ਕਿਉਂ? ਇਹਨਾਂ ਦੀ ਗੁਣਾ 9 ਤੋਂ ਵੱਧ ਗਈ। ਠੀਕ ਹੈ, 3 ਏਕਮ 3 3 ਦੂਣਾ 6 ਤੀਓ 9 ਆਊਗਾ ਕਿ ਨਹੀਂ ਆਊਗਾ? 9 ਤੋਂ ਘੱਟ ਲਿਖਿਆ ਨਹੀਂ ਆਉਂਦਾ। ਬਾਕੀ ਵੱਡੀ 4 ਏਕਮ 4 4 ਦੂਣੀ 8 ਇਹਨਾਂ ਦੀ ਗੁਣਾ 9 ਤੋਂ ਵੱਧ ਗਈ। 5 ਏਕਮ 5 6 ਏਕਮ 6 ਤਾਂ ਆਪਣੇ ਕੋਲੇ ਆ ਹਿੱਸੇ ਬਣ ਗਏ। ਕਿੰਨੇ ਹੋ ਗਏ ਦੇਖੋ 6 ਤੇ 4 10 ਤੇ 2 12 ਤੇ 2 14 ਤੇ 2 16 ਤਾਂ ਆਪਣੇ ਕੋਲੇ ਹੋ ਗਿਆ 16/36। 4 ਦੇ ਪਹਾੜੇ ਤੇ ਗਿਆ ਕਿੰਨਾ ਆਂਸਰ ਆ ਗਿਆ 4/9। ਤਾਂ ਦੇਖੋ ਬੜਾ ਧਿਆਨ ਨਾਲ ਦੇਖਣਾ, ਪ੍ਰੋਡਕਟ ਤੁਹਾਡੇ ਸਾਹਮਣੇ ਪਏ ਨੇ। ਟੋਟਲ ਕਿੰਨੇ ਕੇਸ ਬਣ ਗਏ 16 ਕੇਸ ਬਣ ਗਏ। ਤਾਂ 16 ਕੇਸ ਦਾ ਕੀ ਹੋ ਗਿਆ ਫਿਰ 16/36। 4 ਦੇ ਪਹਾੜੇ ਤੇ ਗਿਆ ਚੌਕਮ ਚੌਕੀ 16 9 ਚੌਕਾ 36 ਤਾਂ ਜੋ ਆਪਣੇ ਕੋਲੇ ਆਂਸਰ ਆ ਗਿਆ ਉਹ ਕਿੰਨਾ ਆ ਗਿਆ 4/9। ਨੈਕਸਟ 6 ਕੁਐਸਚਨ ਤੇ ਚੱਲਦੇ ਹਾਂ। If arithmetic mean of numbers x1 x2 up to xn is x bar, ਇਹ ਆਪਾਂ ਨੂੰ ਮੈਂਸ਼ਨ ਕਰਤਾ, then arithmetic mean of numbers ax1 plus b, ax2 plus b, ax3 plus b, ax plus n plus b, where a and b are constant will be। ਜੇ ਸੰਖਿਆਵਾਂ x1 x2 x3 xn ਦਾ ਮੱਧਮਾਨ ਜਾਂ ਆਪਾਂ ਕਹਿ ਸਕਦੇ ਹਾਂ ਔਸਤ x ਬਾਰ ਹੈ ਤਾਂ ax1 plus b, ax2 plus b, axn plus b ਦਾ ਜੋ ਮੱਧਮਾਨ ਹੋਣਾ ਹੈ ਕਿੰਨਾ ਹੋਣਾ ਹੈ। ਆਪਸ਼ਨਸ ਹੈ x ਬਾਰ, ਦੂਜੀ ਆਪਸ਼ਨ nax ਬਾਰ प्लस nb, तीसरी ऑप्शन ax बार, चौथी ऑप्शन ax बार प्लस b। जिमें इफेक्ट पे क्योंकि मीन की खासियत है जिमें इफेक्ट पैंदा है, जे गुना हुंदी है तो गुना होगा, जोड़ हुंदा जोड़ होऊ, घटा हुंदा घटाऊ हरेक संख्या दे विच। इत्थे देखो की होया असल च हरेक संख्या a नाल गुना हो गई ते b जुड़ गया, यही चल रहा है ना। सेम नैक्सट देखो अगले च की कहा ए नाल गुना होगी बी जुड़ गया तो फिर मीन भी की होगा ए नाल गुना होनी है बी का की हो जू जोड़ हो जू। प्रॉपर्टीज आपां कीती हुई है जो इफेक्ट हरेक पद ते पैंदा है हरेक टर्म ते पैंदा है, सेम जो इफेक्ट पैंदा है अपना वो मीन ते भी पैंदा है। नैक्सट क्वेश्चन चलते हैं तो सीधा इत्थे आंसर आ गया, प्रॉपर्टीज करके इनू डायरैक्ट लिख सकते हैं। 7th क्वेश्चन है the average score of boys in an exam is 71, of boys in an exam is
71 and that of girls is 73. If the average score of the class, if the average score of the class is 71.8, 71.8, then find the ratio of number of boys, find the ratio of number of boys to number of girls. ਆ ਸਟੇਟਮੈਂਟ ਹੈ, ਪੰਜਾਬੀ 'ਚ ਕੀ ਲਿਖਿਆ? ਇੱਕ ਟੈਸਟ ਵਿੱਚ ਜਾਂ ਪ੍ਰੀਖਿਆ ਵਿੱਚ ਲੜਕਿਆਂ ਦੇ ਔਸਤ ਨੰਬਰ 71 ਅਤੇ ਲੜਕੀਆਂ ਦੇ 73 ਹਨ। ਜੇ ਪੂਰੀ ਕਲਾਸ ਦੀ ਔਸਤ ਮਤਲਬ ਨੰਬਰਾਂ ਦੀ, ਕਿਉਂਕਿ ਨੰਬਰਾਂ ਦੀ ਗੱਲ ਚੱਲ ਰਹੀ ਹੈ, 71.8 ਹੋਵੇ ਤਾਂ ਲੜਕਿਆਂ ਦੀ ਗਿਣਤੀ ਦਾ ਲੜਕੀਆਂ ਦੀ ਗਿਣਤੀ ਨਾਲ ਅਨੁਪਾਤ ਪਤਾ ਕਰੋ। ਇਹ ਆਪਣੇ ਕੋਲੇ ਕੁਐਸਚਨ ਹੈ। ਚੁਆਇਸਿਸ ਕੀ ਹੈ? 1 ਅਨੁਪਾਤ 2, 2 ਅਨੁਪਾਤ 1, 2 ਅਨੁਪਾਤ 3, 3 ਅਨੁਪਾਤ 2। ਠੀਕ, ਹੁਣ ਦੇਖੋ ਮੁੰਡੇ ਤੇ ਕੁੜੀਆਂ ਆਪਾਂ ਨੂੰ ਦਿੱਤੀਆਂ ਹੋਈਆਂ, ਔਸਤ ਦੇ ਰੱਖੀ ਹੈ, ਇੱਕ ਨੂੰ ਆਪਾਂ x ਲੈ ਕੇ ਚੱਲਦੇ, ਇੱਕ ਨੂੰ y, ਜਾਂ ਮੁੰਡੇ ਹੋ ਗਏ b, ਮੁੰਡਿਆਂ ਦੀ ਗਿਣਤੀ, ਇਹ ਗਿਣਤੀ ਹੈ, ਕੁੜੀਆਂ ਨੂੰ ਆਪਾਂ ਲੈ ਲਿਆ g, x y ਵੀ ਲੈ ਸਕਦੇ ਹੋ। ਇਹਨਾਂ ਦੀ ਜੋ ਔਸਤ ਹੈ, ਮੁੰਡਿਆਂ ਦੀ 71, ਕੁੜੀਆਂ ਦੀ 73, ਤਾਂ ਫਿਰ ਕੁੱਲ ਅੰਕ ਕਿੰਨੇ ਹੋ ਗਏ? ਕਿਉਂਕਿ ਔਸਤ ਦਾ ਮਤਲਬ ਕੀ ਹੁੰਦਾ ਹੈ? ਇੱਕ ਦੇ ਪਿੱਛੇ, ਇੱਕ ਦੇ ਇੰਨੇ ਆ ਤਾਂ ਟੋਟਲ ਕਿੰਨੇ ਹੋ ਗਏ? ਗੁਣਾ ਕਰ ਦਾਂਗੇ। ਇੱਕ ਦੇ ਇੰਨੇ ਆ, ਟੋਟਲ ਕਿੰਨੇ ਹੋ ਗਏ? ਗੁਣਾ ਕਰ ਦਾਂਗੇ। ਹੁਣ ਕਲਾਸ ਦੀ ਔਸਤ ਦੇਤੀ 71.8, ਗਿਣਤੀ ਕਿੰਨੀ ਹੈ ਕਲਾਸ 'ਚ? ਮੁੰਡੇ ਪਲੱਸ ਕੁੜੀਆਂ ਦੀ ਗਿਣਤੀ, ਇਹੀ ਹੈ ਨਾ। ਮੰਨ ਲਓ 30 ਮੁੰਡੇ ਹੈ, 25 ਕੁੜੀਆਂ, ਤਾਂ ਆਪਾਂ ਕੀ ਕਹਾਂਗੇ? ਕਲਾਸ 30 + 25 55। ਤਾਂ ਇਹਦਾ ਮਤਲਬ ਕੁੱਲ ਅੰਕ ਕੱਲੇ ਕੱਲੇ ਜਾਂ ਇਕੱਠਾ ਜੋੜ ਕਰ ਦਈਏ, ਦੋਨੇ ਆਪਸ ਕੀ ਨੇ? ਬਰਾਬਰ ਨੇ। ਗੁਣਾ ਕਰੋ, 71.8 ਬॉयਜ਼ ਪਲੱਸ 71.8 ਗਰਲਸ। ਤੁਸੀਂ XY ਵੀ ਲਿਖ ਸਕਦੇ ਹੋ। ਆ ਇੱਧਰ ਚਲਾ ਗਿਆ, ਇਕੱਠੇ ਕਰੀਏ ਹੁਣ, ਜਿਵੇਂ ਆਪਾਂ ਸਮੀਕਰਨ ਹੱਲ ਕਰਦੇ ਹਾਂ। 73 ਜੀ -0.8 ਵੀ, ਇਹਨੂੰ ਹੱਲ ਕਰੋ, -1.2 ਜੀ, ਮਾਈਨਸ ਨਾਲ ਮਾਈਨਸ ਕੱਟ ਗਿਆ, ਵਟੇ ਹੈ 8/10 20 ਬਰਾਬਰ, ਵਟਿਆਂ 'ਚ ਕਰੀਏ, ਇਹਦੇ ਨਾਲ ਇਹ ਘਟ ਗਿਆ। ਅਨੁਪਾਤ ਕਿਹਦਾ ਕਰਨਾ? ਦੇਖੋ ਪਹਿਲਾਂ ਮੁੰਡੇ ਹੈ, ਬੀ ਕੇਅਰਫੁਲ, ਪਹਿਲਾਂ ਮੁੰਡੇ ਲਿਖਿਆ ਹੋਇਆ, ਤਾਂ b/g ਉਹ ਉੱਪਰ ਅੰਸ਼ 'ਚ ਆਊ, ਕੁੜੀਆਂ ਹਰ 'ਚ ਚਲੀਆਂ ਜਾਣਗੀਆਂ। 12/8, 4 ਤੀਏ 12, 4 ਦੂਣਾ 6, ਤਾਂ ਜਿਹੜਾ ਆਪਣਾ ਆਨਸਰ ਆ ਗਿਆ ਉਹ ਕੀ ਆ ਗਿਆ? 3:2 ਆ ਜਾਊਗਾ। ਤਾਂ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਹੱਲ ਕਰ ਸਕਦੇ। ਸਿੱਧਾ ਹੱਲ ਕਰਨਾ ਹੈ, ਕਿਉਂਕਿ ਮਲਟੀਪਲ ਦੀ ਇੱਕ ਖਾਸੀਅਤ ਹੁੰਦੀ ਹੈ, ਤੁਸੀਂ ਲਿਖਣਾ ਨਹੀਂ ਜ਼ਿਆਦਾ, ਤੁਸੀਂ ਸਿਰਫ ਹੱਲ ਕਰਨ ਤੇ ਲਿਖਣਾ ਹੈ, ਕਿਉਂਕਿ ਅੰਡਰਸਟੂਡ ਹੈ। ਅਗਰ ਤੁਸੀਂ ਲਿਖ ਰਹੇ ਹੋ, ਤੁਹਾਨੂੰ ਪਤਾ ਹੈ ਇਸ ਚੀਜ਼ ਦਾ, ਤਾਂ ਉਹਨੂੰ ਸ਼ਾਰਟ ਫਾਰਮ 'ਚ ਚੱਲਣ ਦਿਓ। ਨੈਕਸਟ ਕੁਐਸਚਨ ਹੈ 8th ਕੁਐਸਚਨ, ਦ ਐਲਟੀਟਿਊਡ ਆਫ ਐਨ ਇਕੁਲੇਟਰਲ ਟ੍ਰਾਇੰਗਲ ਇਜ਼ ਦ altitude of an equilateral triangle is p centimeters, then area of this triangle is, then area of this triangle is, एक समभुजी त्रिकोण ਦਾ ਸਿਖਰ ਲੰਬ p ਸੈਂਟੀਮੀਟਰ ਹੈ, ਤਾਂ ਇਸ ਦਾ ਖੇਤਰਫਲ ਹੋਵੇਗਾ। ਆਪਾਂ ਨੂੰ ਆ ਸਟੇਟਮੈਂਟ ਦਿੱਤੀ ਹੋਈ ਹੈ। ਆਪਸ਼ਨਾਂ ਕੀ ਹੈ? p² वर्ग सेंटीमीटर पहली ऑप्शन, दूसरी ऑप्शन √3/2 p² वर्ग सेंटीमीटर। ठीक, थर्ड ऑप्शन p²/√3 स्क्वायर सेंटीमीटर। चौथी ऑप्शन √3/4 p² स्क्वायर सेंटीमीटर।
ਦਿੱਤਾ ਕੀ ਹੈ ਸਮਭੁਜੀ ਤਿਕੋਣ ਦਾ ਸਿਖਰ ਲੰਬ। ਕੁਝ ਕੁ ਰਿਜ਼ਲਟਸ ਤੁਹਾਨੂੰ ਯਾਦ ਕਰਨੇ ਪੈਣਗੇ। ਪਿਛਲੇ ਲੈਕਚਰਾਂ 'ਚ ਦੇਖੋ ਆਪਾਂ ਜਦੋਂ ਵਰਗ ਦੇ ਵਿਕਰਨ ਦੀ ਗੱਲ ਕਰਦੇ ਸੀ, ਮੈਂ ਤੁਹਾਨੂੰ ਕਿਹਾ ਸੀ ਡਾਇਰੈਕਟ ਯਾਦ ਰੱਖੋ ਅੰਡਰ 2 ਗੁਣਾ ਭੁਜਾ, ਨਹੀਂ ਤੁਹਾਨੂੰ ਪਾਈਥਾਗੋਰਸ ਨਾਲ ਹੱਲ ਕਰਨਾ ਪਊ। ਸੇਮ ਚੀਜ਼ ਇੱਥੇ ਹੈ। ਮੰਨ ਲਓ ਆ a ਹੈ ਭੁਜਾ ਸਮਭੁਜੀ ਦੀ, ਤਾਂ ਆ a/2 ਰਹਿ ਗਈ। ਜਾਂ ਤਾਂ ਪਾਈਥਾਗੋਰਸ ਨਾਲ ਇਹਨੂੰ ਹੱਲ ਕਰ ਲਿਓ, ਹੱਲ ਕਰਕੇ ਆਓ, ਨਹੀਂ ਸਿੱਧਾ ਯਾਦ ਰੱਖ ਸਕਦੇ ਹੋ। ਇਹ ਹੁੰਦਾ ਅੰਡਰ 3/2 ਗੁਣਾ ਭੁਜਾ। ਇਹ p ਆ ਗਿਆ ਤਾਂ ਭੁਜਾ ਹੋ ਗਈ, ਇੱਧਰ ਆ ਕੇ ਉਲਟਾ ਹੋ ਗਿਆ 2p/√3। ਤਿਕੋਣ ਦੇ ਖੇਤਰਫਲ ਦਾ ਕੀ ਫਾਰਮੂਲਾ ਹੈ ਅੰਡਰ 3/4 ਭੁਜਾ ਗੁਣਾ ਭੁਜਾ। ਇਹੀ ਫਾਰਮੂਲਾ ਦੇਖੋ ਡਾਇਰੈਕਟ ਕਿੰਨਾ ਫਰਕ ਪੈਂਦਾ, ਕਿੱਥੇ ਸਾਰਾ ਹੱਲ ਕਰਨਾ ਪਊਗਾ, ਕਿੱਥੇ ਆਪਾਂ ਡਾਇਰੈਕਟ ਕੁਐਸਚਨ ਦੇ ਨੇੜੇ ਪਹੁੰਚ ਗਏ। ਤਾਂ ਅੰਡਰ 3/4 2p/√3 ਗੁਣਾ 2p/√3। ਅੰਡਰ 3 ਦੇ ਨਾਲ ਅੰਡਰ 3, 2 ਏਕਮ 2, 2 ਦੂਣੀ 4, 2 ਏਕਮ 2, ਤਾਂ ਇਹ ਬਚ ਗਿਆ p ਦੀ 2/√3। ਆਪਣੇ ਕੋਲੇ ਆਪਸ਼ਨ ਆ ਪਈ ਹੈ, ਤਾਂ ਜੋ ਆਨਸਰ ਆ ਗਿਆ ਆਪਣਾ ਕੀ ਆ ਗਿਆ p ਦੀ 2/√3 ਵਰਗ ਸੈਂਟੀਮੀਟਰ। ਡਾਇਰੈਕਟ ਰਿਜ਼ਲਟ ਤੇ ਕੋਸ਼ਿਸ਼ ਕਰਨੀ ਹੈ ਯਾਦ ਰੱਖੋ, ਆਪਣੇ ਨੋਟਸ ਪ੍ਰੋਪਰ ਬਣਾਓ ਤਾਂ ਕਿ ਇਹ ਚੀਜ਼ ਤੁਹਾਡੇ ਯਾਦ ਰਵੇ। ਡਾਇਰੈਕਟ ਰਿਜ਼ਲਟ ਬਹੁਤ ਕੰਮ ਆਉਣਗੇ। 9th, the sum of all 2 digit, the sum of all 2 digit natural numbers divisible by 7 are। ਆ ਕੁਐਸਚਨ ਹੈ, ਪੰਜਾਬੀ ਚ ਕੀ ਲਿਖਿਆ ਹੈ 2 ਅੰਕਾਂ ਵਾਲੀਆਂ ਕੁਦਰਤੀ ਜਾਂ ਪ੍ਰਕਿਰਤਿਕ ਸੰਖਿਆਵਾਂ ਜੋ 7 ਤੇ ਵੰਡਣਯੋਗ ਹਨ ਜਾਂ ਆਪਾਂ ਕਹਿ ਸਕਦੇ ਹਾਂ ਭਾਜਯੋਗ ਹਨ ਦਾ ਜੋੜਫਲ ਹੋਵੇਗਾ। ਆ ਸਟੇਟਮੈਂਟ ਹੈ। ਆਪਸ਼ਨਸ ਨੇ 743, 700, 743, 700, 728 ਤੇ 735। ਹੁਣ 2 ਅੰਕਾਂ ਵਾਲੀਆਂ ਸੰਖਿਆਵਾਂ ਕਹੀਆਂ। 2 ਅੰਕਾਂ ਵਾਲੀਆਂ ਸੰਖਿਆਵਾਂ ਹੁੰਦੀਆਂ 10 ਤੋਂ ਲੈ ਕੇ 99 ਤੱਕ। ਇਹ ਸਾਰੀਆਂ 2 ਅੰਕਾਂ ਵਾਲੀਆਂ ਸੰਖਿਆਵਾਂ ਹੈ, ਲੇਕਿਨ ਆਪਾਂ ਨੂੰ ਕਿਸ ਤੇ ਕਿਹਾ ਵੰਡਣ ਲਈ 7 ਤੇ। 7 ਵਾਲੀਆਂ ਕਿਹੜੀਆਂ ਹੋ ਗਈਆਂ 14, 21, ਲਾਸਟ ਕਿੰਨਾ ਆ ਗਿਆ 98 ਆ ਗਿਆ। A ਆ ਗਿਆ 14, D ਆ ਗਿਆ 7। ਇਹ ਰਕਮਾਂ ਕਿੰਨੀਆਂ ਹੋਣਗੀਆਂ? ਸਭ ਤੋਂ ਪਹਿਲਾ ਕੁਐਸਚਨ ਦੇਖੋ, ਡਾਇਰੈਕਟ ਇਹਨੂੰ ਕੋਸ਼ਿਸ਼ ਕਰਾਂਗੇ ਕਰਨ ਦੀ। ਅਗਰ ਉਰੇ 7 ਹੁੰਦਾ, ਸਪੋਜ਼ ਉਰੇ 7 ਹੁੰਦਾ, ਤਾਂ ਟੋਟਲ 14 7 98, ਇਹ ਕਿੰਨੀਆਂ ਰਕਮਾਂ ਬਣ ਗਈਆਂ ਸੀ 14। ਇਹ ਗਿਆ ਤਾਂ ਕਿੰਨੀਆਂ ਰਕਮਾਂ ਰਹਿ ਗਈਆਂ 13। ਦੇਖੋ ਡਾਇਰੈਕਟ ਲੌਜੀਕ ਨੂੰ ਯੂਜ਼ ਕਰੋ। ਅਗਰ 7 ਲਿਖਦੇ ਤਾਂ 7 ਦਾ ਪਹਾੜਾ ਬਣ ਜਾਂਦਾ 7 14 98, ਪਰੰਤੂ ਆਪਾਂ 7 ਹਟਾਤਾ ਤਾਂ ਕਿੰਨੀਆਂ ਬਚ ਗਈਆਂ 13 ਬਚ ਗਈਆਂ। ਫਾਰਮੂਲਾ ਹੈ ਆਪਣੇ ਕੋਲੇ n/2 a + l, n 13/2 a + l। 13/2 ਇਹਨੂੰ ਗੁਣਾ ਜੋੜ ਕੀਤਾ ਕਿੰਨਾ ਆ ਗਿਆ 112, 56। ਹੁਣ ਦੇਖੋ 13 ਦੀ 56 ਨਾਲ ਗੁਣਾ ਕਰਨੀ ਹੈ, ਸਿੱਧਾ 13 ਦਾ ਪਹਾੜਾ ਪੜੋ। 13 6 78, 8 7, 13 5 65, 65 ਤੇ 7 72, ਤਾਂ ਕਿੰਨਾ ਆਨਸਰ ਆ ਗਿਆ ਆਪਣੇ ਕੋਲੇ 728। ਤਾਂ ਇੱਥੇ ਆਪਾਂ ਈਜ਼ੀਲੀ ਆਨਸਰ ਨੂੰ ਕੱਢ ਲਿਆ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਆਪਾਂ। ਹੁਣ ਜੋ ਨੈਕਸਟ ਕੁਐਸਚਨ ਹੈ, ਤਾਂ ਇੱਥੇ ਦੇਖੋ ਲੌਜਿਕ ਯੂਜ਼ ਹੁੰਦਾ ਹੈ, ਕਰਨ ਨੂੰ ਸਿੱਧਾ ਜੋੜ ਕਰੀ ਚੱਲੋਗੇ ਬਟ ਟਾਈਮ ਲੱਗਣਾ। ਆਨਸਰ ਆ ਜਾਊਗਾ ਪਰ ਗੱਲ ਟਾਈਮ ਦੀ ਹੈ। ਨੈਕਸਟ ਕੁਐਸਚਨ, ਦ ਡਿਫਰੈਂਸ ਬਿਟਵੀਨ 2 ਨੰਬਰਸ, the difference between 2 number is 1365 when the larger number is divided by smaller number, the quotient is 6 and remainder is 15. Remainder is 15. Find the smallest number. ठीक, आ स्टेटमेंट है। पंजाबी च की लिखा है, दो संख्यावां विचकार अंतर
दो संख्यावां विचकार अंतर 1365 है। ਜਦੋਂ ਵੱਡੀ ਸੰਖਿਆ ਨੂੰ ਛੋਟੀ ਸੰਖਿਆ ਨਾਲ ਵੰਡਿਆ ਜਾਂਦਾ ਹੈ ਜਾਂ ਭਾਗ ਦਿੱਤੀ ਜਾਵੇ ਤਾਂ ਭਾਗਫਲ 6 ਅਤੇ ਬਾਕੀ 15 ਬਚਦਾ ਹੈ। ਛੋਟੀ ਸੰਖਿਆ ਪਤਾ ਕਰੋ। ऑप्शन है 240, 295, 270 ਤੇ 300। ਆ ਆਪਣਾ ਕੁਐਸਚਨ ਹੈ। ਹੁਣ ਆਪਾਂ ਨੂੰ ਦਿੱਤਾ ਕੀ ਹੈ? ਦੋ ਸੰਖਿਆਵਾਂ ਦਾ ਅੰਤਰ 1365 ਹੈ। ਤੇ ਮੰਨ ਲਓ ਜੇ ਇੱਕ x ਹੈ, दूजी 1365 प्लस x या x प्लस 1365। ठीक, हुण इन्हां चों एक वड्डी एक छोटी, इहनूं मैं वड्डी लै रहा, ये होगी छोटी। कहंदे जदों वड्डी नूं छोटी नाल वंडिया, एक बार मैं उवें लिख रहा, तां भागफल तां 6 आंदा है ते बाकी आंदा है 15। तां फिर इहदा मतलब आ भागफल है, आ भाजक है, आ बाकी है। तां आपां किवें लिखांगे? आह संख्या किहदे बराबर है? भाजक गुना भागफल प्लस बाकी, यही लिखांगे ना। सिंपल समीकरण बन गए, हल करो। 15 उधर गया, x इधर आ गया, तो 5x बराबर 1350। x कितना आ गया? 1350 बटे 5, 270। तो छोटी संख्या कितनी होगी? 270। सिर्फ क्वेश्चन नूं देखो, बिल्कुल आराम नाल सोचो। क्वेश्चन सिर्फ 1.5 लाइन का, 8वीं क्लास के क्वेश्चन के अकॉर्डिंग बन गया तो बड़ी आसानी नाल ये हल हो गया। नेक्स्ट, इफ 75% ऑफ अ नंबर इज एडेड टू 75, if 75% of a number is added to 75, then the result is number itself. Then the result is number itself. The number is, ये अपने को स्टेटमेंट है। पंजाबी च की लिखा है? जेकर किसी संख्या दे 75% विच 75 जोड़िया जाए तां उत्तर संख्या खुद होगी। संख्या पता करो। आ अपने को है दिता की होया है? 50, 60, 300, 400। आ अपने को ऑप्शंस ने। तो बिल्कुल जो स्टेटमेंट कही है, की कही है? किसी संख्या दे संख्या दा 75% विच 75 जोड़ता, तो जो हल करके आ गई की आ गई, वो संख्या आ गई। इनू आप मान लिया x मान लिया ना, तो x गुना 75 बटा 100 प्लस 75 बराबर है x। 25 के पहाड़ दे गए, 25 या 75, 25 चौका 100। आ x वाली संख्या इधर आ गई, x माइनस 3/4x लघुत्तम लिया, तो ये आ गया x/4। तो देखो अपने को आ गया 75 बराबर x/4। 75 की जो 4 नाल गुना की तो आंसर कितना आ गया अपने को? 300 आ गया। हल किया, क्वेश्चन अपना हो गया। नैक्सट क्वेश्चन पे चलते हैं, जो 12th क्वेश्चन है इसका। क्वेश्चन की कह रहा है? फाइंड द प्रोडक्ट, गुना पता करनी है। गुनाफल ऑफ दिता की होया है? घन मूल 3, चौथा मूल 3, 12वां मूल 243। ऑप्शंस, पहली ऑप्शन वर्गमूल 3, दूजी ऑप्शन 3, चौथी ऑप्शन 12वां मूल 3 आ दिता है।
हुण जदों इन्हां दी गुना करनी है, सब तो पहला रूल, ये सीधी गुना नहीं होंदी, इन्हां दा जिहड़ा आ ऑर्डर है ये सेम करना पऊगा। तो सेम दे लई की करना पऊ, इन्हां दा लघुत्तम लेना पऊगा। 3 4 12 का लघुत्तम कितना आ गया 12, तो उरे आपां नूं 12 चाहिए है। तो क्लीयर है, इत्थे आपां की करांगे 4 नाल गुना करांगे, हाले एडजस्टमेंट मैं बाकी बाद च करदा। इत्थे आपां 3 नाल गुना करांगे, ओ उवें दा उवें। तो एक रूल की कहता है, अगर अपने को इस टाइप की कोई संख्या है, जिन्नी संख्या नाल इनू गुना करांगे उन्नी ओह घात बनती है। एन नाल गुना करांगे एन घात, उरे आप 4 नाल गुना की तो 4 घात, उरे 3 नाल गुना की 3 घात, उवें दा उवें। हुण अपने कोले आ बन गया 243 के गुणनखंड बनाइयो, 3 की घात 5 हो जू। हुण आपां इहदी गुना कर सकते हैं क्योंकि तिन्नां दा ऑर्डर सेम आ गया, तो फिर गुना करके इकट्ठा हो गया। 3 दी 4, 3 दी 3, 3 दी 5, 4 ते 3 7, 7 ते 5 12, आ कट गया ऑर्डर, तो कितना आंसर आ गया 3 आ गया। तो ये चीज़ का बहुत ध्यान रखना है कि जिहड़ा ऑर्डर है वो अपने को की होना चाहिए, पहला सेम होना चाहिए, उस तो बाद आपां इसनूं मल्टीप्लाई या डिवाइड, वंड दे विच भी सेम रूल है कि आप कर सकते हैं। नेक्स्ट क्वेश्चन है, द सम ऑफ एजेस ऑफ 5 चिल्ड्रन बोर्न एट द इंटरवल ऑफ born at the interval of 3 years each is 50 years. Is 50 years. What is the age of youngest child? What is the age of यंगेस्ट चाइल्ड? 3 साल के अंतर नाल जो पंजाबी स्टेटमेंट है, 3 साल के अंतर नाल जन्मे 5 बच्चों दी उम्रां दा जोड़, जन्मे 5 बच्चों दी उम्रां दा जोड़ 50 साल है। सब तो छोटे बच्चे दी उम्र दसो। आ चीज आ गई। चॉइसिस की दी हुई 4 साल, 8 साल, 10 साल, 12 साल। 4 8 10 12 दिता की होया 5 बच्चे हैं, हरेक दी उम्र 3-3 साल का गैप है। पहले दी उम्र X, दूजी उस तो 3 साल वड्डा, उदों बाद अगला वो तो 3 साल वड्डा, अगला वो तो 3 साल वड्डा, अगला वो तो 3 साल वड्डा। 5 बच्चे हो गए, हरेक का 3-3 साल का गैप हो गया। इन्हां दा जोड़ कितना है? 50 है। एक्स 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 5x, 3 ते 6 9, 9 ते 9 18, 18 ते 12 30, 30 इधर आके कादा हो गया माइनस का 20, x हो गया 20/5 4। तो x की सी छोटा बच्चा, देखो उस तो वड्डा, उस तो वड्डा, उस तो वड्डा, उस तो वड्डा, तो सब तो छोटे बच्चे की जिहड़ी उम्र होगी वो कितनी होगी? 4 साल होगी। सिंपल समीकरण बनी है अपनी, इत्थे लीनियर इक्वेशन, रेखी समीकरण बनी है अपनी। नेक्स्ट क्वेश्चन है जो 14वां क्वेश्चन है, विच ऑफ द फॉलोइंग ट्रेन इज द फास्टेस्ट? विच ऑफ द फॉलोइंग ट्रेन्स इज फास्टेस्ट? हेठां विचों केड़ी गड्डी सब तो तेज है, या क्लीयर लिखा इत्थे कॉमन सेंस है, जिहदी चाल सब तो वध तेज है। ऑप्शनस देती आपां नूं 25 मीटर पर सेकेंड पहली ऑप्शन, दूसरी देती आपां नूं 1500 मीटर पर मिनट, तीसरी देती आपां नूं 90 किलोमीटर पर सेकेंड, चौथी देती 100 किलोमीटर पर सेकेंड।
ਆਪਾਂ ਸੋਲਵ ਕਰਦੇ ਹਾਂ। ਆ ਮੀਟਰ ਪਰ ਸੈਕਿੰਡ ਪਿਆ ਕਿਉਂਕਿ ਚਾਰਾਂ ਦੀਆਂ ਇਕਾਈਆਂ ਆਪਾਂ ਨੂੰ ਸੇਮ ਕਰਨੀਆਂ ਪੈਣਗੀਆਂ। ਇਹ ਮੀਟਰ ਪਰ ਸੈਕਿੰਡ ਪਿਆ ਤਾਂ ਬਾਕੀਆਂ ਨੂੰ ਵੀ ਆਪਾਂ ਮੀਟਰ ਪਰ ਸੈਕਿੰਡ ਕਰਾਂਗੇ। ਦੇਖੋ ਆ ਮੀਟਰ ਪਰ ਮਿੰਟ ਹੈ, ਮੀਟਰ ਉਵੇਂ ਦਾ ਉਵੇਂ, ਮਿੰਟ 'ਚ ਕਿੰਨੇ ਸੈਕਿੰਡ ਹੋ ਗਏ 60 ਸੈਕਿੰਡ। ਠੀਕ, 0 ਨਾਲ 0 25, ਤਾਂ ਇਹ ਹੋ ਗਿਆ 25 ਮੀਟਰ ਪਰ ਸੈਕਿੰਡ। ਇਹਦਾ ਮਤਲਬ ਆ ਦੋਨੋਂ ਸੇਮ ਆ ਗਈਆਂ। ਇੱਥੇ ਕਿਲੋਮੀਟਰ ਹੈ, ਕਿਲੋਮੀਟਰ 'ਚ ਹੁੰਦੇ ਨੇ 1000 ਮੀਟਰ, ਕਿਲੋਮੀਟਰ 'ਚ ਕਿੰਨੇ ਹੁੰਦੇ ਨੇ 1000 ਮੀਟਰ। ਇਹ ਆਲਰੇਡੀ ਸੈਕਿੰਡ ਹੈਗਾ, ਤਾਂ ਚਾਰਾਂ ਦਾ ਬੇਸ ਆਪਾਂ ਸੈਕਿੰਡ ਲੈ ਲਿਆ। ਹੁਣ ਦੇਖ ਲਓ ਕਿਹਦੀ ਸਪੀਡ ਜ਼ਿਆਦਾ ਹੈ। ਇਹ 25 ਮੀਟਰ, ਇਹ 25 ਮੀਟਰ, ਇਹ 90 ਕਿਲੋਮੀਟਰ, ਇਹ 100 ਕਿਲੋਮੀਟਰ। ਤਾਂ ਇਹਦਾ ਮਤਲਬ ਕਿਹੜੀ ਸਪੀਡ ਜ਼ਿਆਦਾ ਹੋਊਗੀ ਟ੍ਰੇਨ ਦੀ? 100 ਕਿਲੋਮੀਟਰ ਵਾਲੀ ਦੀ ਸਪੀਡ ਕੀ ਹੋਊਗੀ? ਜ਼ਿਆਦਾ ਹੋਊਗੀ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। If y is equal to 5, then 10y ਅੰਡਰ ਰੂਟ y ਕਿਊਬ ਮਾਈਨਸ y ਸਕੁਅਰ। ਜੇ y ਦੀ ਕੀਮਤ ਇੰਨੀ ਦਿੱਤੀ ਹੈ ਉਹ ਆਪਾਂ ਹੱਲ ਕਰਨਾ ਹੈ। ਆਪਸ਼ਨਸ ਕੀ ਆ ਆਪਣੇ ਕੋਲੇ? 50 ਅੰਡਰ ਰੂਟ 2, ਸੈਕਿੰਡ 100, ਥਰਡ 200 ਅੰਡਰ ਰੂਟ 5, फोर्थ 500। ਕੀ ਕਰਨਾ ਹੈ? ਬਿਲਕੁਲ ਸਿੰਪਲ ਕੁਐਸਚਨ, ਆਪਾਂ y ਦੀ ਕੀਮਤ ਭਰਨੀ ਹੈ। 10 ਗੁਣਾ 5, 5 ਦੇ ਕਿਊਬ ਮਾਈਨਸ 5 ਸਕੁਅਰ, 50, 125 ਮਾਈਨਸ 25, 50 ਵਰਗਮੂਲ 100, 100 ਕਿਹਦਾ ਵਰਗਮੂਲ ਹੈ? 10 ਦਾ। ਤਾਂ ਹੱਲ ਕਰਕੇ ਕਿੰਨਾ ਆ ਗਿਆ ਆਪਣੇ ਕੋਲੇ? 500 ਆ ਚੁੱਕਿਆ। ਇਹਨੂੰ ਹੱਲ ਕੀਤਾ ਤਾਂ ਆਪਣੇ ਕੋਲ ਕਿੰਨਾ ਆ ਗਿਆ? 5 ਆ ਗਿਆ। ਹੁਣ ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਜੋ ਨੈਕਸਟ ਕੁਐਸਚਨ ਹੈ ਬੜਾ ਈਜ਼ੀ ਕੁਐਸਚਨ ਚੱਲ ਰਿਹਾ। ਦੇਖੋ ਆਪਣੇ ਕੋਲੇ ਦ ਮੀਨ ਆਫ ਇਸ, ਮੱਧਮਾਨ ਆਪਾਂ ਪਤਾ ਕਰਨਾ ਇਸ ਦਾ। ਔਸਤ 1 ਦੀ 2, 2 ਦੀ 2, 3 ਦੀ 2, 4 ਦੀ 2, 5 ਦੀ 2। ਆਪਸ਼ਨਸ ਨੇ ਆਪਣੇ ਕੋਲੇ 10, 20, 30 ਅਤੇ 40। ਤਾਂ ਇਹਨੂੰ ਕਿਵੇਂ ਹੱਲ ਕਰੀਏ? ਹੁਣ ਸਭ ਤੋਂ ਪਹਿਲੀ ਗੱਲ, ਇੱਕ ਤਰੀਕਾ ਇਹਨੂੰ ਹੱਲ ਕਰੀਏ। 1 ਦੀ ਘਾਤ 2 1, 2 ਦੀ ਘਾਤ 2 4, 30 30 9, ਚੌਕਮ ਚੌਕੀ 16, 5 5 25, ਛੀਕਮ ਛੀਕੀ 36, 7 7 49। ਤੇ ਮੀਨ ਕੀ ਹੋ ਗਿਆ? ਮੱਧਮਾਨ ਕੀ ਹੋ ਗਿਆ? ਔਸਤ ਕੀ ਹੋ ਗਈ? ਇਹਨਾਂ ਦਾ ਜੋੜ ਵਟੇ 7। 5 3 14, 14 16 30, 25 55 ਤੇ 36 81। ਆਪਾਂ ਇਹਨੂੰ ਵੈਰੀ ਈਜ਼ੀਲੀ ਹੱਲ ਕਰ ਸਕਦੇ ਹਾਂ। ਇਹ ਆਪਣੇ ਕੋਲੇ ਆ ਗਿਆ 20। ਇੱਕ ਇੱਥੇ ਫਾਰਮੂਲਾ ਵੀ ਦੱਸਦਾ ਅਗਰ ਯਾਦ ਕਰਨਾ ਹੋਵੇ। ਪਹਿਲੀਆਂ n ਵਰਗ ਦਾ ਫਾਰਮੂਲਾ ਆ ਹੁੰਦਾ ਹੈ। ਜੇ ਵਰਗ ਹੋਵੇ ਨਾ ਤਾਂ ਜੋੜ ਦਾ ਫਾਰਮੂਲਾ ਆ ਹੁੰਦਾ ਹੈ 2n + 1 ਬਰਾਬਰ ਹੈ 6। ਤਾਂ ਹੁਣ ਜੋੜਫਲ ਦਾ ਫਾਰਮੂਲਾ ਆ ਹੋ ਗਿਆ, ਮੱਧਮਾਨ ਹੈ ਵਟੇ ਕੁੱਲ ਗਿਣਤੀ। ਤਾਂ ਇਹ ਇਹਦੇ ਮੱਧਮਾਨ ਦਾ ਫਾਰਮੂਲਾ ਬਣ ਗਿਆ। n ਕਿੰਨਾ ਹੈ? 7, ਕਿਉਂਕਿ ਆਪਾਂ ਨੂੰ 7 ਰਕਮਾਂ ਨੇ ਨਾ। ਆ ਦੇਖੋ 7 ਤੇ 1 8, ਇੱਥੇ 7 ਭਰਿਆ, 7 ਦੂਣੀ 14, 14 ਤੇ 1 15 ਵਟੇ 6। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਹੁਣ ਆਪਾਂ। ਤਾਂ ਇੱਥੇ ਦੇਖੋ ਤੁਸੀਂ ਸਿੱਧਾ ਵੀ ਹੱਲ ਕਰ ਸਕਦੇ ਹੋ। ਇੱਕ ਨਵਾਂ ਫਾਰਮੂਲਾ ਵੀ ਤੁਹਾਨੂੰ ਦੱਸਿਆ ਸ਼ਾਰਟ, ਅਗਰ ਤੁਸੀਂ ਉਹਨੂੰ ਯੂਜ਼ ਕਰਨਾ ਚਾਹੁੰਦੇ ਹੋ। 17ਵਾਂ ਕੁਐਸਚਨ, ਸਿੰਪਲੀਫਾਈ। ਹੱਲ ਕਰੋ, ਸਰਲ ਕਰੋ। 3 ਅੰਡਰ ਰੂਟ 2 ਪਲੱਸ ਚੌਥਾ ਰੂਟ 'ਚ 64 ਪਲੱਸ ਚੌਥੇ ਦੇ ਵਿੱਚ 2500 ਪਲੱਸ ਛੇਵੇਂ ਦੇ ਵਿੱਚ 8। ਆ ਆਪਾਂ ਨੂੰ ਕੁਐਸਚਨ ਦਿੱਤਾ ਹੋਇਆ ਹੈ। ਆਪਸ਼ਨ 11 ਅੰਡਰ ਰੂਟ 2, 11 ਘਨਮੂਲ 2, ਤੀਜੀ ਆਪਸ਼ਨ ਘਨਮੂਲ 2, ਚੌਥੀ ਆਪਸ਼ਨ 11 ਵਰਗਮੂਲ 4। ਆਪਾਂ ਨੂੰ ਆ 4 ਚੋਇਸਿਸ ਦਿੱਤੀਆਂ ਹੋਈਆਂ। ਇਹਨੂੰ ਹੱਲ ਕਿਵੇਂ ਕਰਨਾ ਹੈ? ਸਭ ਤੋਂ ਪਹਿਲੀ ਚੀਜ਼, ਇਸ ਕੁਐਸਚਨ ਨੂੰ ਆਪਾਂ ਕਿਵੇਂ ਹੱਲ ਕਰੀਏ? ਕਿਉਂਕਿ ਜਦੋਂ ਅਪਰਮੇय ਸੰਖਿਆਵਾਂ ਦਿੱਤੀਆਂ ਹੋਣ, ਸਭ ਤੋਂ ਪਹਿਲਾ ਰੂਲ ਦੇਖੋ, ਜਦੋਂ ਆਪਾਂ ਹੁਣ ਇੱਕ ਗੁਣਾ ਦਾ ਕੁਐਸਚਨ ਕਰਕੇ ਆਏ ਹਾਂ, ਗੁਣਾ 'ਚ ਤਾਂ ਆਪਾਂ ਸਿਰਫ ਇਹ ਆਰਡਰ ਦੇਖਦੇ ਸੀ, ਪਰੰਤੂ ਜੋੜ ਘਟਾ ਦੇ ਵਿੱਚ ਇਹਨੂੰ ਪੂਰੇ ਨੂੰ ਦੇਖਾਂਗੇ। ਉਰੇ ਵਰਗਮੂਲ ਹੈ, ਉਰੇ ਚੌਥਾ ਰੂਟ ਹੈ, ਉਰੇ ਚੌਥਾ ਰੂਟ ਹੈ, ਉਰੇ ਛੇਵਾਂ। ਪਹਿਲੀ ਗੱਲ ਇਹ ਡਾਇਰੈਕਟ ਨਹੀਂ ਜੁੜ ਸਕਦੇ,
ਇਹਨੂੰ ਆਪਾਂ ਥੋੜਾ ਜਿਹਾ ਹੱਲ ਕਰਾਂਗੇ ਕਿਵੇਂ ਆ ਉਵੇਂ ਦਾ ਉਵੇਂ ਇਹਨੂੰ ਆਪਾਂ ਲਿਖ ਸਕਦੇ ਹਾਂ 64 ਦੀ ਘਾਤ 1/4 ਇਹਨੂੰ ਆਪਾਂ ਇਹ ਲਿਖ ਸਕਦੇ ਹਾਂ ਕਿਉਂਕਿ ਆਪਾਂ ਕੀ ਕਰਾਂਗੇ ਸਾਰਿਆਂ ਨੂੰ ਵਰਗਮੂਲ ਬਣਾਵਾਂਗੇ ਵਰਗਮੂਲ ਦਾ ਮਤਲਬ ਆਪਾਂ 1/2 ਘਾਤ ਬਣਾਵਾਂਗੇ ਸਾਰਿਆਂ ਦੀ ਕੀ ਬਣਾਵਾਂਗੇ 1/2 ਘਾਤ ਇਹ ਹੋ ਗਿਆ 2500 ਦੀ 1/4 ਇਹ ਹੋ ਗਿਆ 8 ਦੀ 1/6 ਇਹਦੇ ਗੁਣਨਖੰਡ ਬਣਾਓ ਕਿੰਨਾ ਹੋ ਗਿਆ 2 ਦੀ 6 1/4 2 दूनी 4 2 तिया 6 2 3 1/2 ਤਾਂ ਇਹਦਾ ਮਤਲਬ ਇਹ ਬਣ ਗਿਆ ਵਰਗਮੂਲ 2 ਦੀ ਘਾਤ 3 ਜਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਆਹ 1 2 ਚੋਂ ਬਾਹਰ ਆ ਗਿਆ ਜੋਟੇ ਚੋਂ ਤਾਂ ਇਹ ਹੱਲ ਕਰਕੇ ਆ ਬਣ ਗਈ ਕੀ ਬਣ ਗਈ 2√2 ਹੁਣ ਇੱਧਰ 2500 ਹੈ 50 ਦਾ ਵਰਗ ਹੈ ਤਾਂ ਇਹ ਹੋ ਗਿਆ 50 ਦੀ 1/2 ਵਰਗਮੂਲ 50 5 5 25 ਦੂਣਾ 50 5 ਬਾਹਰ ਆ ਗਿਆ ਠੀਕ ਇੱਥੇ 2 ਦੀ ਘਾਤ 3 1/6 2 2 ਦੀ 1/2 √2 ਤਾਂ ਕੀ ਬਣ ਗਿਆ ਦੇਖੋ ਆਪਣੇ ਕੋਲੇ 3√2 ਪਲੱਸ ਆਹ ਪਲੱਸ ਆਹ ਪਲੱਸ ਆਹ √2 ਸਾਂਝਾ ਕੱਟ ਲਿਆ ਪਿੱਛੇ ਕੀ ਬਚ ਗਿਆ 3 ਤੇ 2 5 ਤੇ 5 10 ਤੇ 1 11 ਤਾਂ ਆਪਣਾ ਕਿੰਨਾ ਆਨਸਰ ਆ ਗਿਆ 11/2 ਇਹ ਤਾਂ ਹੱਲ ਕਰ ਲਿਆ ਅਗਰ ਸਿੱਧਾ ਚੈੱਕ ਕਰਨਾ ਦੇਖੋ ਧਿਆਨ ਨਾਲ ਚੈੱਕ ਕਰਕੇ ਦੇਖੋ ਇਹਨਾਂ ਦੋਹਾਂ ਤੇ ਘਣਮੂਲ ਪਿਆ ਘਣਮੂਲ ਕਿਤੇ ਨਹੀਂ ਹੈਗਾ ਇਹਦਾ ਮਤਲਬ ਇਹ ਤਾਂ ਆਨਸਰ ਹੋ ਹੀ ਨਹੀਂ ਸਕਦੇ ਉਹ ਵਰਗਮੂਲ 4 ਹੈ ਵਰਗਮੂਲ 4 2 ਹੁੰਦਾ ਇਹ 22 ਆ ਗਿਆ ਪਰ ਇਹ ਤਾਂ ਹੱਲ ਹੀ ਨਹੀਂ ਹੋ ਰਿਹਾ ਤਾਂ ਆਨਸਰ ਕਿਹੜਾ ਆਊਗਾ √2 ਵਾਲਾ ਆਊਗਾ ਤਾਂ ਆਪਣੇ ਕੋਲ ਚੋਇਸ ਪਹਿਲੀ ਪਈ ਹੈ ਦੇਖੋ ਇੱਕ ਲੌਜਿਕ ਵੀ ਆਪਾਂ ਲਗਾ ਸਕਦੇ ਹਾਂ ਇੱਥੇ ਹੱਲ ਕਿਵੇਂ ਹੋਊਗਾ ਤੁਹਾਨੂੰ ਮੈਂ ਉਹ ਤਰੀਕਾ ਵੀ ਦੱਸਦਾ ਪੇਪਰ 'ਚ ਕਿਵੇਂ ਟੈਕਲ ਕਰ ਸਕਦੇ ਹੋ ਕਿਵੇਂ ਇਸ ਕੁਐਸਚਨ ਨੂੰ ਚੈੱਕ ਕਰ ਸਕਦੇ ਹੋ ਤੁਸੀਂ ਉਹ ਵੀ ਤੁਹਾਨੂੰ ਮੈਂ ਦੱਸਦਾ ਨੈਕਸਟ ਕੁਐਸਚਨ ਹੈ AD is bisector of angle A in a triangle ABC which meet side BC at D which meets side BC at D if BC is equal to K centimeter BC is K centimeter CA is equal to L centimeter AB is equal to M centimeter ਆਪਾਂ ਨੂੰ ਮਾਪ ਦੇ ਰੱਖਿਆ then DC ਕਿਸ ਦੇ ਇਕੁਅਲ ਹੋਣਾ ਹੈ ਆਪਸ਼ਨ ਹੈ ਪੰਜਾਬੀ ਚ ਤ੍ਰਿਕੋਣ ABC ਵਿੱਚ ਕੋਣ A ਦਾ ਦੁਭਾਜਕ AD ਹੈ ਜੋ BC ਨੂੰ D ਤੇ ਮਿਲਦਾ ਹੈ ਆ ਮਾਪ ਦੇਤੇ ਇਹਦਾ ਮਾਪ ਆ ਦੇਤਾ ਇਹਦਾ ਆ ਦੇਤਾ ਇਹਦਾ ਆ ਦੇਤਾ ਇਹਨੂੰ ਆਪਾਂ ਪਤਾ ਕਰਨਾ ਹੈ ਤਾਂ ਆਪਸ਼ਨਸ ਕੀ ਹੈ ਪਹਿਲੀ ਆਪਸ਼ਨ KL ਵਟਾ M plus L दूसरी ऑप्शन KM plus L अपॉन L तीसरी ऑप्शन KM M plus L चौथी ऑप्शन K ਹੁਣ ਇਹਨੂੰ ਆਪਾਂ ਹੱਲ ਕਰਨਾ ਹੈ ਇੱਥੇ ਆਪਾਂ ਨੂੰ ਕੋਣ ਦੁਭਾਜਕ ਦਿੱਤਾ ਹੋਇਆ ਨਾ ਤਾਂ ਪਹਿਲੀ ਗੱਲ ਇੱਕ ਰਿਜ਼ਲਟ ਤੇ ਗੱਲ ਕਰਦੇ ਹਾਂ ਜੋ ਬੜਾ ਇੰਪੋਰਟੈਂਟ ਰਿਜ਼ਲਟ ਹੈ AD ਕੋਣ ਦੁਭਾਜਕ ਹੈ ਤਾਂ ਰਿਜ਼ਲਟ ਕੀ ਕਹਿੰਦਾ ਹੈ ਆਹ ਹਿੱਸਾ ਵਟੇ ਆਹ ਹਿੱਸਾ AB ਵਟਾ BD ਬਰਾਬਰ ਆਹ ਹਿੱਸਾ ਵਟੇ ਆਹ ਹਿੱਸਾ AC ਵਟਾ DC ਜਾਂ CD ਆ ਇਹਦਾ ਇੱਕ ਬੜਾ ਇੰਪੋਰਟੈਂਟ ਰਿਜ਼ਲਟ ਹੈ ਜਦੋਂ ਆਪਾਂ ਨੂੰ ਕੋਣ ਦੁਭਾਜਕ ਦਿੱਤਾ ਹੋਵੇ ਆਹ ਮਤਲਬ ਖੱਬਾ ਉੱਪਰਲਾ ਵਟੇ ਖੱਬਾ ਨਿਚਲਾ ਬਰਾਬਰ ਸੱਜਾ ਉੱਪਰਲਾ ਵਟੇ ਸੱਜਾ ਨਿਚਲਾ ਕੀ ਦਿੱਤਾ ਦੇਖੋ ਕਹਿੰਦੇ BC K ਸੈਂਟੀਮੀਟਰ ਹੈ CA L ਹੈ AB M ਹੈ DC ਪਤਾ ਕਰਨਾ ਹੈ ਇਹਨੂੰ ਮੈਂ X ਲੈ ਲਿਆ ਆ ਸਾਰਾ K ਹੈ ਜੇ ਆ X ਹੈ ਆ ਹੋ ਗਿਆ K ਮਾਈਨਸ X ਮੰਨ ਲਓ ਆ 10 ਹੈ ਆ 2 ਹੈ ਇਹ 8 ਹੋਊਗਾ ਕੀਮਤਾਂ ਭਰੋ AB ਆ ਗਿਆ M BD ਆ ਗਿਆ K ਮਾਈਨਸ X ਇਹ ਆ ਗਿਆ L ਇਹ ਆ ਗਿਆ X ਤਾਂ ਆਪਾਂ ਇੱਥੋਂ X ਦੀ ਕੀਮਤ ਕੱਢਣੀ ਹੈ ਤਿਰਛੀ ਗੁਣਾ MX KL ਮਾਈਨਸ LX X ਇੱਕ ਸਾਈਡ ਤੇ MX plus LX ਬਰਾਬਰ ਹੈ KL X ਸਾਂਝਾ ਤਾਂ ਫਿਰ X ਕੀ ਆ ਗਿਆ KL ਵਟੇ
m प्लस l तो x अपने को DC है तो देखो ऑप्शन की बन गई पहली ऑप्शन अपने को बन गई कि अपने को जो आंसर आ गया वो की आ गया KL अपॉन m प्लस l तो आप इत्थे एक रिजल्ट है तो रिजल्ट पता होना चाहिए एक कोण दुभाजक का जो रिजल्ट है। नेक्स्ट क्वेश्चन आ गया 19वां इफ एरिया ऑफ सेक्टर ऑफ सर्कल if area of sector of circle bounded by an arc of length bounded by an arc of length 5 pi is equal to 20 pi square centimeter then radius is ਆਪਾਂ ਨੂੰ क्वेश्चन है पंजाबी की लिखा है किसी चक्कर दे चाप की लंबाई 5 पाई सेंटीमीटर है जेकर चाप द्वारा चक्कर ते बनाए अर्धव्यासी खंड का खेत्रफल 20 पाई वर्ग सेंटीमीटर होवे तां अर्धव्यास पता करो। आपां अर्धव्यास पता करना है। ऑप्शनस आपां नूं की दित्तियां हुई 12 16 8 10 12 सेंटीमीटर 16 सेंटीमीटर 8 सेंटीमीटर 10 सेंटीमीटर दिता की होया है चाप की लंबाई L एक खेत्रफल दिता है 20 पाई जदों चाप की लंबाई दिता होवे तो अर्धव्यासी खंड का खेत्रफल की होंदा है याद करो 1/2 गुना L गुना R सीधा आप रिजल्ट यूज़ करते क्योंकि आपां नूं चाप की लंबाई दी हुई है तो यह हो गया 5 पाई R कढ़ना देखो क्वेश्चन सिंपल बन गया इनू आप बड़ी आसानी दे नाल हल कर सकते हैं 4 4 दूनी 8 सेंटीमीटर तो यदा मतलब चक्कर का जिहड़ा अर्धव्यास है वह कितना आ गया 8 सेंटीमीटर। नैक्सट क्वेश्चन तो लास्ट क्वेश्चन आ गया इस पेपर का अपना क्वेश्चन की कहता है इन राइट ट्रायंगल ABC इन राइट ट्रायंगल ABC एंगल B 90 डिग्री AB 5 सेंटीमीटर BC 12 सेंटीमीटर then area of in circle of this triangle then area of in circle of this triangle B समकोणी त्रिकोण ABC विच कोण B 90 AB 5 सेंटीमीटर ਅਤੇ BC किन्ना 12 सेंटीमीटर ये आपां नूं दिता होया तो त्रिभुज विच बने त्रिकोण विच बने अंदरूनी चक्कर दा खेत्रफल कितना होवेगा। ऑप्शंस है 4 पाई स्क्वायर सेंटीमीटर 2 पाई 4 पाई स्क्वायर सेंटीमीटर 2 पाई स्क्वायर सेंटीमीटर 13 पाई स्क्वायर सेंटीमीटर 17 पाई। हुण आ क्वेश्चन दे विच देखो अगर क्वेश्चन सॉल्व करने की कोशिश करांगे ये बड़ा लेंथी चला जाना है इत्थे शॉर्ट फेयर दसदा एक तरीका तुहानूं मैं आपां नूं एक समकोणी त्रिकोण देती 90 डिग्री का कोण है ਉਹਦੇ ਵਿੱਚ ਇੱਕ ਅੰਦਰੂਨੀ ਚੱਕਰ ਹੈ ਲਗਭਗ ਇਸ ਅਕੋਰਡਿੰਗ ਚੱਕਰ ਬਣਿਆ ਹੋਇਆ AB 5 ਹੈ ਆ 12 ਹੈ ਤਾਂ ਕਲੀਅਰ ਹੈ ਪਾਈਥਾਗੋਰਸ ਥਿਓਰਮ ਦੇ ਨਾਲ ਆ ਕਿੰਨਾ ਹੋਊਗਾ 13 ਹੋਊਗਾ। ਪਾਈਥਾਗੋਰਸ ਤ੍ਰਿਗੁਟ ਯਾਦ ਕਰੋ 5 12 13 ਇੱਥੇ ਆਧਾਰਿਤ ਵਿਆਸ ਆ ਗਿਆ। ਤਾਂ ਪਿਛਲੇ ਲੈਕਚਰ ਦੇ ਵਿੱਚ ਇੱਕ ਰਿਜ਼ਲਟ ਕੀਤਾ ਸੀ ਅਗਰ ਸਮਕੋਣੀ त्रिकोण ਦੇ ਵਿੱਚ ਅਰਧਵਿਆਸ ਅੰਦਰੂਨੀ ਚੱਕਰ ਆ ਜੇ ਤਾਂ ਅਰਧਵਿਆਸ ਨੂੰ ਸਿੱਧਾ ਯਾਦ ਰੱਖੋ ਲੰਬ ਪਲਸ ਆਧਾਰ ਮਾਈਨਸ ਕਰਨ ਵਟਾ 2 5 ਪਲਸ 12 ਮਾਈਨਸ 13 ਵਟਾ 2 12 ਤੇ 5 17 17 ਚੋਂ 13 ਘਟਾਏ 4 ਤਾਂ ਸਿੱਧੀ ਜੀ ਗੱਲ ਹੈ ਅਰਧਵਿਆਸ ਕਿੰਨਾ ਆ ਗਿਆ 2 ਤੇ ਖੇਤਰਫਲ ਕਿੰਨਾ ਆ ਗਿਆ
2 दूनी 4 पाई। स्टैंडर्ड रिजल्ट का यह फार्मूला है। स्टैंडर्ड देखो पिछले लैक्चर ਦੇ ਵਿੱਚ याद करो ਆਪਾਂ ਇੱਥੇ ਕੁਐਸਚਨ ਇੱਕ ਹੱਲ ਕੀਤਾ ਸੀ ABC ਵਾਲਾ R ਬਰਾਬਰ A + B - C ਵਟਾ 2 ਤਾਂ ਉਹ ਇੱਕ ਸਟੈਂਡਰਡ ਰਿਜ਼ਲਟ ਹੈ। ਮੇਰੀ ਕੋਸ਼ਿਸ਼ ਹੈ ਮੈਂ ਨਾਲ ਦੱਸ ਰਿਹਾ ਵੀ ਜਿਹੜੇ ਸਟੈਂਡਰਡ ਰਿਜ਼ਲਟ ਕਿਵੇਂ ਯੂਜ਼ ਕਰਨੇ ਆ ਤਾਂ ਕਿ NTSC ਨੂੰ ਆਪਾਂ ਕਰੈਕ ਕਰ ਸਕੀਏ। ਤਾਂ ਦੋਸਤੋ ਇਹ ਸੀ ਆਪਣਾ 2016 ਦੇ ਮੈਥ ਦੀ ਸੋਲੂਸ਼ਨ ਕੀ। ਥੈਂਕ ਯੂ।